श्री नानक पद पंकज बंदन पद पंकज बंदन सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन बिगनन के नाशक बिघ्नन के नाशक हरि गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सत होए वाहिगुरु जी की फतेह बिघ्न विनाशन सोए वाहिगुरु जी की फतेह बिघ्न विनाशन सोए चौपई निकट नगर के गई बराता जाकी शोभा पांतन पांता जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हादनिया पर है अत सत्कार जुग सत्संगी जनों दोवें हाथ जोड़ के फतेह प्रवान करवाखो जी वाहिगुरु जी का खालसा वाहिगुरु जी की फतेह। सतगुਰਾਂ जी की अपार कृपा के सदका असी रोजाना के नेम के अनुसार जो लड़ीवार कथा विचारा श्रवण करते आ रहे हैं। पिछले दीवाना के अंदर असी श्री गुरु नानक प्रकाश के पूर्वराध अध्याय 20वें दे प्रसंग की समाप्ति की सी, जिस दे विच समूह बरात वापस सुल्तानपुर की धरती से पहुँचने लई ते सारियां दे कोलों इजाजत लैन जाते हैं। भाई मूला जी दे कोलों जां होर जिन्ने भी नगर के पतवंते ने सारे आपस विच मिल के जिथे एक दूजे ने असीसां दिंदे ने दुआवां दिंदे ने वधाइयां दिंदे ने ते नाल ही नाल बाबा कालू जी बाबा लालू जी ते भाई परमानंद जी सारे रल मिल के फिर आग्ञा लैंदे ने भी भाई सानू हुण सुल्तानपुर की धरती वापस जाना चाहिए ते असीं इत्थों जाना चाहुंदे हां ते सानू जाण दी आग्ञा दित्ती जावे। ते इसे तरह हुण समूह बरात आग्ञा पा के वापस सुल्तानपुर की धरती नूं चाले पा रही है। ते जेड़े जेड़े थावां दे उत्ते बरात ने जाण लगियां ढुका कीते सन पड़ा कीते सन उन्हां स्थानां दे उत्ते वापस बरात पड़ा करदी हुई हुण सुल्तानपुर की धरती वाल नूं चाले पा रही है। ते इत्थों तक विचारां असीं सरवण कर चुके हैं। अज दे दीवानां दे विच असीं अध्याय 23 दा प्रसंग आरंभ करांगे। आओ प्रसंग की आरंभता करन तो पहला धन गुरु नानक साहिब जी महाराज जी के चरणों के शीश झुकाउंदे होए
ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਚੌਪਈ। ਨਿਕਟ ਨਗਰ ਕੇ ਗਈ ਬਰਾਤਾ, ਜਾਂ ਕੀ ਸ਼ੋਭਾ ਭਾਂਤਨ ਭਾਂਤਾ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਨੇ ਕਿ ਬੇਦੀ ਕੁਲ ਦੇ ਦੁਲਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਵਿਆਹ ਹੋ ਗਿਆ ਤੇ ਸਾਰੇ ਫਿਰ ਸੁਲਤਾਨਪੁਰ ਦੀ ਧਰਤੀ ਵੱਲ ਨੂੰ ਚਾਲੇ ਪਾ ਰਹੇ ਨੇ। ਤੇ ਇਸੇ ਤਰ੍ਹਾਂ ਹੁਣ ਭਾਈ ਬਾਲਾ ਜੀ ਆਖਦੇ ਨੇ ਕਿ ਨਿਕਟ ਨਗਰ ਕੇ ਗਈ ਬਰਾਤਾ। ਸਾਰੀ ਬਰਾਤ ਕਹਿੰਦੇ ਸੁਲਤਾਨਪੁਰ ਨਗਰ ਦੇ ਨੇੜੇ ਪਹੁੰਚ ਗਈ ਹੈ। ਜਾਂ ਕੀ ਸ਼ੋਭਾ ਭਾਂਤਨ ਭਾਂਤਾ, ਕਹਿੰਦੇ ਜਿਸ ਦੀ ਸ਼ੋਭਾ ਕਈ ਭਾਂਤਾਂ ਦੀ ਸੀ। ਬਾਜੇ ਤੁਰਹੀ ਪਟਹਿ ਨਿਸ਼ਾਨਾ, ਪੁਰ ਕੇ ਨਰਨ ਸੁਣੀ ਤੁਨ ਕਾਨਾ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਉਸ ਬਰਾਤ ਦੇ ਅੱਗੇ ਅੱਗੇ ਅਨੇਕਾਂ ਤਰ੍ਹਾਂ ਦੇ ਬਾਜੇ ਵੱਜਦੇ ਨੇ ਤੇ ਨਾਲ ਹੀ ਨਾਲ ਨਗਾਰਿਆਂ ਦੇ ਉੱਤੇ ਚੋਭਾਂ ਲਗਾਈਆਂ ਜਾ ਰਹੀਆਂ ਨੇ। ਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਨਗਰ ਦੇ ਨਜ਼ਦੀਕ ਪੂਰੀ ਬਰਾਤ ਪਹੁੰਚਦੀ ਹੈ ਨਾ, ਨਗਰ ਦੇ ਨਰਨ ਭਾਵ ਨਗਰ ਦੇ ਲੋਕਾਂ ਨੇ ਜਦੋਂ ਇਹ ਆਪਣੀਆਂ ਕੰਨਾਂ ਦੇ ਨਾਲ ਇਹ ਵੱਖ-ਵੱਖ ਧੁਨਾਂ ਸੁਣੀਆਂ ਹਨ। ਪਾਵਸ ਵਿਖੇ ਉਠਾ ਕਨ ਕੂਰਾ, ਹਵੈ ਪ੍ਰਮੋਦ ਜਿਉ ਮੋਰ ਨਾ ਥੋਰਾ। ਕਹਿੰਦੇ ਜਿਵੇਂ ਬਰਸਾਤ ਦੇ ਮੌਸਮ ਦੇ ਵਿੱਚ ਬੱਦਲਾਂ ਦੇ ਗੱਜਣ ਦੀ ਆਵਾਜ਼ ਆਉਂਦੀ ਹੈ ਤੇ ਬੱਦਲਾਂ ਦੇ ਗਰਜਣ ਦੇ ਨਾਲ ਮੋਰ ਵੀ ਘੋਰ ਖੁਸ਼ੀ ਮਨਾਉਂਦੇ ਨੇ, ਮੋਰ ਵੀ ਪਹਿਲਾ ਪਾਉਂਦੇ ਨੇ, ਮੋਰ ਵੀ ਨੱਚਣ ਲੱਗ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਹੀ ਤਿਉ ਪੁਰ ਮਣਜਹ ਰਹੇ ਹਰ ਖਾਈ, ਸਦਨ ਨਾਨਕੀ ਭਣਤ ਵਧਾਈ। ਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਨਗਰ ਦੇ ਲੋਕਾਂ ਨੇ ਨਗਾਰਿਆਂ ਦੇ ਉੱਤੇ ਚੋਭਾ ਸੁਣੀਆਂ, ਨਗਾਰਿਆਂ ਦੀਆਂ ਆਵਾਜ਼ਾਂ ਕੰਨਾਂ ਦੇ ਵਿੱਚ ਪਈਆਂ, ਜਿਵੇਂ ਮੋਰ ਬੱਦਲਾਂ ਨੂੰ ਗਰਜਦਾ ਦੇਖ ਕੇ ਖੁਸ਼ੀ ਮਨਾਉਂਦਾ ਹੈ, ਇਸੇ ਤਰ੍ਹਾਂ ਨਗਾਰੇ ਤੇ ਵੱਜਦੀਆਂ ਚੋਟਾਂ ਨੂੰ ਸੁਣ ਕੇ ਨਗਰ ਦੇ ਲੋਕ ਕਿਉਂ ਖੁਸ਼ੀ ਮਨਾਉਂਦੇ ਨੇ। ਤੇ ਸਾਰੇ ਚੱਲ ਕੇ ਆ ਕੇ ਹੁਣ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਆ ਕੇ ਬੇਬੇ ਨਾਨਕੀ ਜੀ ਨੂੰ ਵਧਾਈਆਂ ਦਿੰਦੇ ਹਨ। ਤੂਰਨ ਬਹਿਰ ਨਗਰ ਤੇ ਆਏ, ਹਿਤ ਬਿਲੋਕ ਨੇ ਮਨ ਸੁਖ ਪਾਏ। ਕਹਿੰਦੇ ਫਿਰ ਸਾਰੇ ਨਗਰ ਦੇ ਲੋਕ ਛੇਤੀ ਦੇ ਨਾਲ ਚੱਲ ਕੇ ਸੁਲਤਾਨਪੁਰ ਨਗਰ ਦੇ ਬਾਹਰ ਪਹੁੰਚ ਗਏ ਨੇ ਵੀ ਭਾਈ ਜਾ ਕੇ ਜਿੱਥੇ ਜਿਨ੍ਹਾਂ ਦਾ ਸਵਾਗਤ ਕਰਨਾ ਹੈ ਤੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਤਾਂ ਜੋ ਸਾਨੂੰ ਵੀ ਸੁੱਖ ਨਸੀਬ ਹੋਵੇ। ਕਰ ਸ਼ਿੰਗਾਰ ਕੋ ਨਾਗਰ ਨਾਰੀ, ਭੂਖਨ ਬਸਨ ਦੁਸ਼ਰ ਸ਼ਬ ਧਾਰੀ। ਤੇ ਇਸੇ ਤਰ੍ਹਾਂ ਕਹਿੰਦੇ ਨਗਰ ਦੀਆਂ ਇਸਤਰੀਆਂ ਨੇ ਅਨੇਕਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਕੀਤੇ ਨੇ, ਸੋਹਣੇ ਵਸਤਰ ਪਹਿਨੇ ਹੋਏ ਹਨ। ਬਾਂਧ ਬਾਂਧ ਬੀਥਨ ਮਹਿ ਟੋਲੀ, ਆਏ ਨਿਕੇਤ ਵਧਾਈ ਬੋਲੀ। ਤੇ ਇਸੇ ਤਰ੍ਹਾਂ ਕਹਿੰਦੇ ਵੱਖ-ਵੱਖ ਟੋਲੀਆਂ ਬਣਾ ਕੇ ਸਾਰੀਆਂ ਹੀ ਇਸਤਰੀਆਂ ਬੇਬੇ ਨਾਨਕੀ ਜੀ ਦੇ ਘਰ ਆ ਕੇ ਵਧਾਈਆਂ ਦੇ ਰਹੀਆਂ ਹਨ। ਬਧੂ ਬਿਲੋਕਣ ਕੀ ਅਬਿਲਾਖਾ, ਨਿਕਟ ਨਾਨਕੀ ਕਹਿ ਸੁਭ ਭਾਖਾ। ਤੇ ਸਾਰੀਆਂ ਨਗਰ ਦੀਆਂ ਇਸਤਰੀਆਂ ਫਿਰ ਬੇਬੇ ਨਾਨਕੀ ਜੀ ਨੂੰ ਇਹੀ ਬਚਨ ਕਰਦੀਆਂ ਨੇ ਵੀ ਭਾਈ ਸਾਡੇ ਮਨ ਦੇ ਵਿੱਚ ਵਹੁਟੀ ਨੂੰ ਦੇਖਣ ਦੀ ਬੜੀ ਚਾਹ ਹੈ, ਬੜੇ ਸਾਡਾ ਮਨ ਕਰ ਰਿਹਾ ਵੀ ਅਸੀਂ ਛੇਤੀ ਦੇਣਾ ਤੁਹਾਡੇ ਘਰ ਦੀ ਜਿਹੜੀ ਨੂੰਹ ਹੈ ਉਹਦਾ ਅਸੀਂ ਮੁਖ ਦੇਖੀਏ। ਨਗਰ ਪ੍ਰਵੇਸ਼ੀ ਸਗਲ ਬਰਾਤਾ, ਜਨ ਆਨੰਦ ਕੋ ਮੇਘ ਸੁਹਾਤਾ। ਤੇ ਕਹਿੰਦੇ ਜਿਵੇਂ ਖੁਸ਼ੀਆਂ ਦੇ ਬੱਦਲ ਚੜ ਕੇ ਆ ਜਾਂਦੇ ਨੇ, ਭਾਵ ਬਰਸਾਤ ਹੋਣ ਵੇਲੇ ਬੱਦਲ ਚੜ੍ਹਾਈ ਕਰਕੇ ਆਉਂਦੇ ਨੇ, ਇਸੇ ਤਰ੍ਹਾਂ ਜਿਵੇਂ ਬਰਾਤ ਵਾਪਸ ਆਈ ਹੈ ਇਸੇ ਤਰ੍ਹਾਂ ਪ੍ਰਤੀਤ ਹੋ ਰਿਹਾ ਜਦੋਂ ਉਸ ਬਰਾਤ ਨੇ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਵੀ ਮੰਨ ਲਓ ਖੁਸ਼ੀਆਂ ਦੇ ਬੱਦਲ ਚੜ ਕੇ ਆਏ ਹੋਣ। ਦੁਲਹਾ ਦੁਲਹਨ ਆਗੇ ਜਾਵਤ, ਪੀਛੇ ਲਾਲੂ ਧਨ ਵਰਖਾਵਤ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਬੇਬੇ ਸੁਲੱਖਣੀ ਜੀ ਦੋਵੇਂ ਕਹਿੰਦੇ ਸਮੂਹ ਬਰਾਤ ਦੇ ਅੱਗੇ ਜਾ ਰਹੇ ਨੇ ਤੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਭਾਈ ਲਾਲੂ ਜੀ ਖੁਸ਼ੀ ਦੇ ਵਿੱਚ ਧਨ ਦੀ ਵਰਖਾ ਕਰਦੇ ਹਨ। ਅਸਵਿਦ ਸ਼੍ਰੀ ਬੇਦੀ ਕੁਲ ਕੇਤੂ, ਮੰਦ ਮੰਦ ਕੇ ਆਪਣਾ ਨਕੇਤੂ। ਇਸੇ ਤਰ੍ਹਾਂ ਕਹਿੰਦੇ ਬੇਦੀ ਕੁਲ ਦੇ ਜਿਹੜੇ ਦੁਲਾਰੇ ਨੇ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਬੇਬੇ ਸੁਲੱਖਣੀ ਜੀ ਕਹਿੰਦੇ ਰਲ ਕੇ ਹੌਲੀ ਹੌਲੀ ਫਿਰ ਨਗਰ ਦੇ ਉਸ ਸਥਾਨ ਦੇ ਉੱਤੇ ਪਹੁੰਚੇ ਨੇ ਜਿੱਥੇ ਬੇਬੇ ਨਾਨਕੀ ਜੀ ਦਾ ਘਰ ਹੈ।
ਨਾਰਨ ਸਹਿਤ ਨਾਨਕੀ ਤੂਰਨ, ਨਿਕਸ ਕਰੀ ਕੁਲ ਰੀਤ ਸੁਪੂਰਨ। ਤੇ ਨਗਰ ਦੀਆਂ ਇਸਤਰੀਆਂ ਦੇ ਨਾਲ ਰਲ ਕੇ ਬੇਬੇ ਨਾਨਕੀ ਜੀ ਨੇ ਹੁਣ ਸਾਰੇ ਰਸਮ ਰਿਵਾਜ ਨਿਭਾਏ ਨੇ। ਤੇ ਇਸੇ ਤਰ੍ਹਾਂ ਫਿਰ ਜਿਹੜੀ ਉਹਨਾਂ ਦੀ ਕੁਲ ਦੀ ਰੀਤੀ ਸੀ ਉਹਨੂੰ ਵੀ ਸੰਪੂਰਨ ਕੀਤਾ ਹੈ। ਸਾਦਰ ਲੈ ਕਰ ਨਿਜ ਭਰਜਾਈ, ਸੁੰਦਰ ਮੰਦਰ ਵਿੱਚ ਬਸਾਈ। ਤੇ ਇਸੇ ਤਰ੍ਹਾਂ ਬੜੇ ਆਦਰ ਦੇ ਨਾਲ ਹੁਣ ਬੇਬੇ ਨਾਨਕੀ ਜੀ ਨੇ ਆਪਣੀ ਭਰਜਾਈ ਨੂੰ ਤੇ ਆਪਣੇ ਉਸ ਘਰ ਦੇ ਵਿੱਚ ਲੈ ਕੇ ਗਏ ਨੇ ਤੇ ਸੁੰਦਰ ਘਰ ਦੇ ਵਿੱਚ ਉਹਨਾਂ ਦਾ ਪ੍ਰਵੇਸ਼ ਕਰਵਾਇਆ ਹੈ ਤੇ ਉਹਨਾਂ ਨੂੰ ਆਸਣ ਲਗਾ ਕੇ ਬਿਠਾਉਣਾ ਕੀਤਾ ਹੈ। ਪਾਏ ਓਲ ਮੈਂ ਧਨ ਕੀ ਥਾਤੀ, ਭਰੀ ਹਰਖ ਪੀ ਸੀਤਲ ਛਾਤੀ। ਇਸੇ ਤਰ੍ਹਾਂ ਬੇਬੇ ਨਾਨਕੀ ਜੀ ਨੇ ਵੱਖ-ਵੱਖ ਰਸਮਾਂ ਰਿਵਾਜ ਨਿਭਾਉਂਦਿਆਂ ਹੋਇਆਂ ਜਦੋਂ ਬੇਬੇ ਸੁਲੱਖਣੀ ਜੀ ਨੂੰ ਆਪਣੇ ਘਰ ਦੇ ਵਿੱਚ ਬਿਠਾਇਆ ਤਾਂ ਕਿ ਆਖਦੇ ਨੇ ਕਿ ਉਹਨਾਂ ਦੀ ਝੋਲੀ ਦੇ ਵਿੱਚ ਬਹੁਤ ਧਨ ਪਾਇਆ, ਧਨ ਦੀ ਥੈਲੀ ਪਾਈ ਹੈ। ਤੇ ਇਸੇ ਤਰ੍ਹਾਂ ਬੜੇ ਪ੍ਰਸੰਨ ਹੋਏ ਨੇ ਤੇ ਬੇਬੇ ਨਾਨਕੀ ਜੀ ਵੀ ਆਤਮਿਕ ਤੌਰ ਦੇ ਉੱਤੇ ਠੰਡ ਮਹਿਸੂਸ ਕਰਦੇ ਹਨ। ਬਦਨ ਬਿਲੋਕ ਦਸਾਂਗੇ ਉਮੰਗਾ, ਕੰਚਨ ਭੂਖਣ ਭੂਖਤ ਅੰਗਾ। ਤੇ ਬੜੇ ਚਾਅ ਦੇ ਨਾਲ ਸਾਰੇ ਨਗਰ ਦੀਆਂ ਇਸਤਰੀਆਂ ਦੇ ਨਾਲ ਰਲ ਕੇ ਹੁਣ ਬੇਬੇ ਨਾਨਕੀ ਜੀ ਆਪਣੀ ਭਰਜਾਈ ਦਾ ਮੁਖੜਾ ਤੱਕਦੇ ਨੇ ਤੇ ਫਿਰ ਦੇਖਦੇ ਨੇ ਕਿ ਅਨੇਕਾਂ ਤਰੀਕਿਆਂ ਦੇ ਨਾਲ ਉਹਨਾਂ ਨੇ ਹਾਰ ਸ਼ਿੰਗਾਰ ਕੀਤੇ ਹੋਏ ਹਨ। ਹੇਰ ਹੇਰ ਉਰ ਅਰਖੇ ਨਾਰੀ, ਦੇਤ ਆਸ਼ਕਾ ਸੁਖ ਦੂਚਾਰੀ। ਦੂਸਰੇ ਨਗਰ ਦੀਆਂ ਇਸਤਰੀਆਂ ਵੀ ਜਿਹੜੀਆਂ ਚੱਲ ਕੇ ਆਈਆਂ ਨੇ ਜਿੱਥੇ ਬੇਬੇ ਨਾਨਕੀ ਜੀ ਨੂੰ ਵਧਾਈਆਂ ਦੇ ਰਹੀਆਂ ਸਨ, ਉੱਥੇ ਹੀ ਨਾਲ ਨਾਲ ਬੇਬੇ ਸੁਲੱਖਣੀ ਜੀ ਨੂੰ ਦਰਸ਼ਨ ਕਰਕੇ ਉਹਨਾਂ ਨੂੰ ਅਸੀਸਾਂ ਦੇ ਰਹੀਆਂ ਨੇ ਤੇ ਆਖਦੀਆਂ ਨੇ ਵੀ ਤੁਸੀਂ ਸਦਾ ਹੀ ਸੁਖੀ ਰਹੋ। ਬੋਹਰ ਪਰਾਤੇ ਕੀਨ ਨਿਵੇਸ਼ਾ, ਪਰਮਾਨੰਦ ਕੀ ਪਾਏ ਨਿਦੇਸ਼ਾ। ਹੁਣ ਭਾਈ ਜੈ ਰਾਮ ਜੀ ਦੇ ਪਿਤਾ ਜੀ ਭਾਈ ਪਰਮਾਨੰਦ ਜੀ ਦੇ ਕੋਲੋਂ ਆਗਿਆ ਪਾ ਕੇ ਫਿਰ ਸਾਰੀ ਬਰਾਤ ਨੇ ਹੀ ਹੁਣ ਘਰ ਪ੍ਰਵੇਸ਼ ਕੀਤਾ ਹੈ। ਸੇਵਾ ਜਥਾ ਜੋਗ ਸਭ ਹੀ ਕੀ, ਤਬ ਜੈ ਰਾਮ ਕੀਨੀ ਵਿਦਨੀ ਕੀ। ਤੇ ਇਸੇ ਤਰ੍ਹਾਂ ਕਹਿੰਦੇ ਸਾਰੇ ਜਦੋਂ ਫਿਰ ਬਰਾਤ ਦੇ ਰੂਪ ਦੇ ਵਿੱਚ ਭਾਈ ਪਰਮਾਨੰਦ ਜੀ ਦੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਨੇ, ਸਾਰਿਆਂ ਦੀ ਫਿਰ ਆਓ ਭਗਤ ਕੀਤੀ ਜਾਂਦੀ, ਸਾਰਿਆਂ ਦੀ ਯਥਾਯੋਗ ਸੇਵਾ ਕੀਤੀ ਗਈ। ਤੇ ਇਸੇ ਤਰ੍ਹਾਂ ਜੈ ਰਾਮ ਜੀ ਨੇ ਸਭ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਹੈ। ਅਸ ਪ੍ਰਕਾਰ ਦੋਇ ਨਿਸਾਬਤੀ ਤੀ, ਹੁਣ ਕਾਲੂ ਬੋਲਿਓ ਸੁਬਰੀਤੀ। ਤੇ ਇਸੇ ਤਰ੍ਹਾਂ ਕਹਿੰਦੇ ਹੁਣ 2 ਰਾਤਾਂ ਬੀਤ ਗਈਆਂ ਨੇ। 2 ਰਾਤਾਂ ਬੀਤ ਜਾਣ ਤੋਂ ਬਾਅਦ ਉਸ ਤੋਂ ਅਗਲੇ ਦਿਨ ਹੁਣ ਮਹਿਤਾ ਕਾਲੂ ਜੀ ਨੇ ਸ਼ੁਭ ਰੀਤੀ ਦੇ ਨਾਲ ਵਚਨ ਉਚਾਰਨ ਕੀਤੇ ਹਨ। ਨਾਨਕ ਜਨਨੀ ਮਨ ਅਨੁਰਾਗੀ, ਦੇਖਨ ਹੇਤ ਦ੍ਰਿਸ਼ਟ ਇਤ ਲਾਗੀ। ਤੇ ਆਖਦੇ ਨੇ ਕਿ ਨਾਨਕ ਦੇ ਮਾਤਾ ਜੀ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਦੇ ਮਨ ਦੇ ਵਿੱਚ ਵੀ ਕਹਿੰਦੇ ਹੁਣ ਇਹਨਾਂ ਨੂੰ ਮਿਲਣ ਦੀ ਬੜੀ ਇੱਛਾ ਹੈ। ਤੇ ਇਸੇ ਕਰਕੇ ਕਹਿੰਦੇ ਹੁਣ ਉਹ ਵੀ ਬੜੇ ਬੇਤਾਬ ਹੋ ਰਹੇ ਨੇ। ਦੇਖਣ ਹੇਤ ਦ੍ਰਿਸ਼ਟ ਇਤ ਲਾਗੀ, ਤੇ ਆਪਣੇ ਪੁੱਤਰ ਅਤੇ ਨੂੰਹ ਨੂੰ ਵੇਖਣ ਵਾਸਤੇ ਉਹਨਾਂ ਦੀ ਹਰ ਸਮੇਂ ਹੀ ਕਹਿੰਦੇ ਦ੍ਰਿਸ਼ਟੀ ਸੁਲਤਾਨਪੁਰ ਦੀ ਧਰਤੀ ਤੇ ਲੱਗੀ ਰਹੀ ਹੈ। ਤੇ ਕੋ ਕਰਨ ਮਨੋਰਥ ਪੂਰਨ, ਸਭ ਪ੍ਰਾਪਤ ਗਮਨੇ ਅਬ ਤੂਰਨ। ਤੇ ਇਸੇ ਤਰ੍ਹਾਂ ਹੁਣ ਮਹਿਤਾ ਕਾਲੂ ਜੀ ਆਖਦੇ ਨੇ ਕਿ ਇਹਨਾਂ ਨੂੰ ਹੁਣ ਆਪਣੇ ਮਾਤਾ ਜੀ ਦੀ ਇੱਛਾ ਪੂਰੀ ਕਰਨ ਦੇ ਵਾਸਤੇ, ਉਹਨਾਂ ਦੇ ਮਨੋਰਥ ਸੰਪੂਰਨ ਕਰਨ ਵਾਸਤੇ ਸਾਰੀ ਬਰਾਤ ਨੂੰ ਝੱਟ ਵਾਪਸੀ ਤਲਵੰਡੀ ਵਿਖੇ ਜਾਣਾ ਚਾਹੀਦਾ ਹੈ। ਬਧੂ ਸੰਗ ਲੈ ਨਾਨਕ ਗਮਨੈ, ਮਿਲੇ ਮਾਤ ਕੋ ਆਪਣੇ ਭਵਨੈ। ਤੇ ਮਹਿਤਾ ਕਾਲੂ ਜੀ ਬੇਨਤੀ ਕਰਦੇ ਨੇ ਕਿ ਹੇ ਪੁੱਤ ਨਾਨਕ, ਤੁਹਾਨੂੰ ਵੀ ਆਪਣੀ ਵਹੁਟੀ ਨੂੰ ਨਾਲ ਲੈ ਕੇ ਕਹਿੰਦੇ ਜਾਣਾ ਚਾਹੀਦਾ ਹੈ ਤੇ ਤੁਸੀਂ ਵੀ ਆਪਣੇ ਮਾਤਾ ਜੀ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਮਿਲਣਾ ਕਰੋ। ਬੋਹਰ ਗੁਲਾਰ ਦਰਸ ਦੀ ਪਿਆਸਾ, ਚਲ ਤਲਵੰਡੀ ਪੂਰੇ ਆਸਾ। ਤੇ ਕਹਿੰਦੇ ਹੋਰ ਤੇ ਹੋਰ ਨਗਰ ਦੇ ਰਾਜੇ ਰਾਏ ਗੁਲਾਰ ਜੀ ਦੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਬੜੀ ਇੱਛਾ ਹੈ। ਉਹਨਾਂ ਦੇ ਮਨ ਦੇ ਵਿੱਚ ਵੀ ਬੜੀ ਇੱਛਾ ਵੀ ਮੈਂ ਆਪਣੇ ਇਸ ਨਗਰ ਦੇ ਦੁਲਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਰੱਬੀ ਜੋਤ ਨੇ ਉਹਨਾਂ ਦੇ ਦਰਸ਼ਨ ਕਰਨੇ ਨੇ।
ਤੇ ਇਸੇ ਤਰ੍ਹਾਂ ਕਹਿੰਦੇ ਤੁਸੀਂ ਹੁਣ ਤਲਵੰਡੀ ਵਿਖੇ ਚੱਲ ਕੇ ਜਿੱਥੇ ਆਪਣੇ ਮਾਤਾ ਜੀ ਦੇ ਮਨੋਰਥ ਪੂਰੇ ਕਰਨੇ ਨੇ, ਉੱਥੇ ਤਲਵੰਡੀ ਨਗਰ ਦੇ ਰਾਜੇ ਦੀ ਵੀ ਇੱਛਾ ਪੂਰੀ ਕਰੋ। ਮੁਝ ਚਲਤਿਓ ਤਿਨ ਗਿਰਾ ਉਚਾਨੀ, ਪੁਰੇ ਆਪਣੇ ਆਨੋ ਇੱਕ ਬਾਰੀ। ਤੇ ਮਹਿਤਾ ਕਾਲੂ ਜੀ ਆਖਦੇ ਨੇ, ਕਹਿੰਦੇ ਜਦੋਂ ਅਸੀਂ ਤੁਹਾਡੇ ਵਿਆਹ ਦੀ ਖਬਰ ਸੁਣ ਕੇ ਉਹਨਾਂ ਦੇ ਕੋਲੋਂ ਆਗਿਆ ਲੈ ਕੇ ਸੁਲਤਾਨਪੁਰ ਆਉਣਾ ਸੀ ਨਾ, ਤਾਂ ਰਾਏ ਬੁਲਾਰ ਜੀ ਨੇ ਮੈਨੂੰ ਬੇਨਤੀ ਕੀਤੀ ਸੀ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਇੱਕ ਵਾਰੀ ਆਪਣੇ ਪੁੱਤ ਨਾਨਕ ਨੂੰ ਆਖਣਾ ਕਿ ਰਾਏ ਬੁਲਾਰ ਦੇ ਮਨ ਦੇ ਵਿੱਚ ਬੜੀ ਇੱਛਾ ਤੁਹਾਡੇ ਦਰਸ਼ਨ ਕਰਨ ਦੀ, ਕਿਤੇ ਇੱਕ ਵਾਰੀ ਨਗਰ ਦੇ ਵਿੱਚ ਵਾਪਸ ਫੇਰਾ ਪਾਉਣ। ਕੇਤਕ ਦਿਨ ਰਹਿ ਆਏ ਬਹੋਰੀ, ਕਰੇ ਕਾਰਿਓ ਮਸਲਤ ਮੋਰੀ। ਬਾਬਾ ਕਾਲੂ ਜੀ ਬੇਨਤੀ ਕਰਦੇ ਨੇ ਕਿ ਪੁੱਤ ਜੀ ਕੁਝ ਦਿਨ ਤੁਸੀਂ ਸਾਡੇ ਨਾਲ ਚਲੋ, ਤੁਸੀਂ ਕੁਝ ਕੁ ਦਿਨ ਤਲਵੰਡੀ ਰਹਿਣਾ, ਨਾਲੇ ਤੁਹਾਡੇ ਮਾਤਾ ਜੀ ਦਾ ਮਨ ਵੀ ਖੁਸ਼ ਹੋ ਜਾਵੇਗਾ, ਰਾਏ ਬੁਲਾਰ ਜੀ ਦੀ ਇੱਛਾ ਵੀ ਸੰਪੂਰਨ ਹੋ ਜਾਵੇਗੀ। ਤੇ ਕਹਿੰਦੇ ਫਿਰ ਵਾਪਸ ਆ ਜਾਇਓ। ਵਾਪਸ ਆ ਕੇ ਕਰੇ ਕਾਰਿਓ ਮਸਲਤ ਮੋਰੀ, ਕਹਿੰਦੇ ਮੇਰੀ ਖੁਆਇਸ਼ ਹੈ ਵੀ ਤੁਸੀਂ ਇਸੇ ਤਰ੍ਹਾਂ ਮੋਦੀ ਦੀ ਕਾਰ ਦੁਆਰਾ ਸੰਭਾਲੋ। ਸ਼੍ਰੀ ਨਾਨਕ ਕੋ ਰੁਖ ਲਖ ਆਸੂ, ਬੋਲਿਓ ਤਬ ਜੈ ਰਾਮ ਤਹਿ ਪਾਸੂ। ਤੇ ਇਸੇ ਤਰ੍ਹਾਂ ਹੁਣ ਭਾਈ ਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਹੁਣ ਭਾਈ ਜੈ ਰਾਮ ਜੀ ਫਿਰ ਬੋਲਣਾ ਕਰਦੇ ਹਨ, ਜਬ ਤੁਮ ਲੈ ਜਾਵੋਗੇ ਤਹਿਵਾ, ਮੋਦੀ ਕਾਰਨ ਹੈ ਨਿਰਬੇਵਾ। ਭਾਈ ਜੈ ਰਾਮ ਜੀ ਆਖਦੇ ਨੇ ਮਹਿਤਾ ਕਾਲੂ ਜੀ ਨੂੰ ਵੀ ਜੇਕਰ ਤੁਸੀਂ ਸ਼੍ਰੀ ਨਾਨਕ ਜੀ ਨੂੰ ਕਹਿੰਦੇ ਤਲਵੰਡੀ ਵਿਖੇ ਲੈ ਗਏ ਤੇ ਫਿਰ ਮੋਦੀ ਦਾ ਕੰਮਕਾਜ ਕੌਣ ਸੰਭਾਲੇਗਾ? ਇਹ ਮੋਦੀ ਦੇ ਕੰਮਕਾਜ ਦਾ ਨਿਰਵਾਹ ਕਰਨਾ ਔਖਾ ਹੋ ਜਾਵੇਗਾ। ਲੀਨਾ ਦੇਨਾ ਕਾਰਜ ਭਾਰੀ, ਬਿਨ ਇਨ ਤੇ ਨਹਿ ਜਾਤ ਸੰਭਾਰੀ। ਤੇ ਕਹਿੰਦੇ ਇਹ ਮੋਦੀ ਖਾਨੇ ਦਾ ਲੈਣ ਦੇਣ ਦਾ ਜਿਹੜਾ ਕਾਰ ਵਿਹਾਰ ਹੈ ਨਾ, ਬਹੁਤ ਤਕੜਾ ਹੈ, ਇਹਨਾਂ ਤੋਂ ਬਿਨਾ ਕੋਈ ਨਹੀਂ ਸੰਭਾਲ ਸਕਦਾ। ਤੇ ਇਸੇ ਤਰ੍ਹਾਂ ਕਹਿੰਦੇ ਇਹਨਾਂ ਤੋਂ ਬਗੈਰ ਹੋਰ ਕਿਸੇ ਕੋਲੋਂ ਕਾਰਜ ਸੰਭਾਲਿਆ ਨਹੀਂ ਜਾਵੇਗਾ। ਸੋਦਾ ਆਪਣ ਵਿਖੇ ਵਸੇਖਾ, ਕਰੇ ਨਵਾਬ ਸੰਗ ਕੋ ਲੇਖਾ। ਕਹਿੰਦੇ ਹੱਟੀ ਦੇ ਵਿੱਚ ਤਾਂ ਬਹੁਤ ਸੌਦਾ ਪਿਆ, ਬਹੁਤ ਭੰਡਾਰ ਭਰੇ ਪਏ ਨੇ ਦੁਕਾਨ ਦੇ ਉੱਤੇ, ਤੇ ਨਵਾਬ ਦੇ ਨਾਲ ਕਹਿੰਦੇ ਫਿਰ ਲੇਖਾ ਜੋਖਾ ਕੌਣ ਕਰੇਗਾ। ਕਮਲ ਨੈਣ ਕੋ ਰੁਖ ਪੁਨ ਨਾਹੀ, ਗਵਨ ਬਨੇ ਕਿਉਂ ਤਬ ਕਰਮਾਹੀ। ਤੇ ਕਹਿੰਦੇ ਜਦੋਂ ਹੁਣ ਐਨੇ ਕੰਮ ਕਾਜ ਬਾਕੀ ਨੇ, ਕਮਲ ਨੈਣ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਹਿੰਦੇ ਕੀ ਲੋੜ ਆ ਵੀ ਉਹ ਆਪਣੇ ਘਰ ਜਾਣ। ਸੁਣ ਜੈ ਰਾਮ ਕੀ ਗਿਰਾ ਅਹੇ ਤੂ, ਪੁਨ ਕਾਲੂ ਬੋਲਿਓ ਕੁਲ ਕੇਤੂ। ਤੇ ਹੁਣ ਜੈ ਰਾਮ ਜੀ ਨੇ ਜਦੋਂ ਇਹ ਸਾਰੀ ਵਿਚਾਰ ਆਖੀ ਹੈ, ਜਦੋਂ ਇਹ ਵਚਨ ਆਖੇ ਨੇ, ਤੇ ਬਾਬਾ ਕਾਲੂ ਜੀ ਬੋਲੇ ਨੇ। ਤੇ ਫਿਰ ਬਾਬਾ ਕਾਲੂ ਜੀ ਨੇ ਹੁਣ ਵਚਨ ਆਖੇ ਨੇ, ਸੁਨੋ ਆਤਮ ਜਮਾਤ ਤੁਮਾਰੀ, ਹੋਏ ਅਰਖ ਸਹਿਬਦੂ ਨਿਹਾਰੀ। ਬਾਬਾ ਕਾਲੂ ਜੀ ਆਖਦੇ ਨੇ ਕਿ ਹੇ ਮੇਰੇ ਪੁੱਤਰ ਜੀ ਮੇਰੀ ਗੱਲ ਸੁਣੋ, ਮੇਰੀ ਗੱਲ ਨੂੰ ਵਿਚਾਰੋ, ਮੇਰੀ ਗੱਲ ਨੂੰ ਸਮਝੋ। ਜਿਹੜੇ ਤੁਹਾਡੇ ਮਾਤਾ ਜੀ ਨੇ ਨਾ, ਉਹਨਾਂ ਦੇ ਮਨ ਦੇ ਵਿੱਚ ਵੀ ਬੜੀ ਇੱਛਾ ਹੈ ਵੀ ਆਪਣੇ ਪੁੱਤਰ ਅਤੇ ਆਪਣੇ ਨੂੰਹ ਨੂੰ ਦਰ ਦੇਖਣਾ ਚਾਹੁੰਦੇ ਨੇ, ਤੇ ਉਹ ਇਹਨਾਂ ਦੋਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ। ਤਲਵੰਡੀ ਚਲਿਆ ਏਕ ਬੇਰਾ, ਪੁਨ ਮਨ ਮੈਂ ਤਹਿ ਕਰੋ ਬਸੇਰਾ। ਕਹਿੰਦੇ ਇੱਕ ਵਾਰ ਤਲਵੰਡੀ ਇਹਨਾਂ ਨੂੰ ਜਾ ਲੈਣ ਦੋ, ਤੇ ਕਹਿੰਦੇ ਫਿਰ ਬੇਸ਼ੱਕ ਤੁਸੀਂ ਇਹਨਾਂ ਨੂੰ ਆਪਣੇ ਪਾਸ ਹੀ ਰੱਖ ਲੈਣਾ। ਪ੍ਰੇਮੀ ਪਰਮ ਬੁਲਾਰ ਬਹੋਰੀ, ਕਰ ਬੰਦਗੀ ਦਵੈ ਕਰ ਜੋਰੀ। ਤੇ ਇਸੇ ਤਰ੍ਹਾਂ ਆਖਦੇ ਨੇ ਮਹਿਤਾ ਕਾਲੂ ਜੀ ਕਿ ਸ਼੍ਰੀ ਨਾਨਕ ਦੇ ਜਿਹੜੇ ਪਰਮ ਪ੍ਰੇਮੀ ਰਾਏ ਬੁਲਾਰ ਜੀ ਨੇ ਨਾ, ਉਹਨਾਂ ਨੇ ਵੀ ਦੋਵੇਂ ਹੱਥ ਜੋੜ ਕੇ ਮੈਨੂੰ ਨਮਸਕਾਰ ਕੀਤੀ ਸੀ, ਨਾਲ ਹੀ ਨਾਲ ਬੇਨਤੀ ਕੀਤੀ ਸੀ। ਮਮ ਸਨੇਹ ਜੋ ਗੁਨਾ ਨਾ ਉਰਮੈ, ਤੇ ਦਿਸ਼ ਦੇਖ ਚਲੋ ਨਿਜ ਪੁਰਮੈ। ਤੇ ਫਿਰ ਇਸੇ ਤਰ੍ਹਾਂ ਆਖਦੇ ਨੇ ਕਿ ਜੇ ਮੇਰੇ ਪਿਆਰੇ ਨੂੰ ਹਿਰਦੇ ਵਿੱਚ ਨਹੀਂ ਵਿਚਾਰਦੇ ਨਾ, ਰਾਏ ਬੁਲਾਰ ਜੀ ਨੇ ਜਿਹੜੇ ਵਚਨ ਕੀਤੇ ਸੀ ਮਹਿਤਾ ਕਾਲੂ ਜੀ ਨੂੰ, ਉਹ ਆਖਦੇ ਨੇ ਕਹਿੰਦੇ ਜੇ ਮੇਰੇ ਪਿਆਰੇ ਨੂੰ ਹਿਰਦੇ ਦੇ ਵਿੱਚ ਨਹੀਂ ਵਿਚਾਰਦੇ ਹੋ ਤਾਂ ਰਾਏ ਬੁਲਾਰ ਦੀ ਬੇਨਤੀ ਵੇਖ ਕੇ ਹੀ ਨਗਰ ਨੂੰ ਇੱਕ ਵਾਰ ਚੱਲ ਪਾਓ। ਤੇ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਬੇਨਤੀ ਕਰਦੇ ਨੇ ਵੀ ਜੇਕਰ ਤੁਸੀਂ ਮੇਰੀ ਗੱਲ ਨਹੀਂ ਸੁਣਨੀ ਤਾਂ ਆਪਣੇ ਪਿਆਰੇ ਨੂੰ
ਉਸ ਨੂੰ ਆਪਣੇ ਮਨ ਦੇ ਵਿੱਚ ਵਿਚਾਰ ਲਓ ਵੀ ਉਹ ਵੀ ਤੁਹਾਡੇ ਦਰਸ਼ਨ ਕਰਨ ਦੇ ਲਈ ਤਰਸਦਾ ਹੈ। ਅਸ ਵਿਦ ਚਗਰਤ ਆਪਸ ਮਾਹੀ, ਚਲ ਕਰ ਆਵਾ ਮੂਲਾ ਤਾਹੀ। ਇਸੇ ਤਰ੍ਹਾਂ ਹੁਣ ਮਹਿਤਾ ਕਾਲੂ ਜੀ, ਭਾਈ ਜੈ ਰਾਮ ਜੀ ਆਪਸ ਦੇ ਵਿੱਚ ਜਿਹੜੀਆਂ ਵਿਚਾਰਾਂ ਕਰਦੇ ਨੇ, ਇਹ ਮੇਲ ਮਿਟਾਵ ਹੋ ਰਿਹਾ, ਆਪਸ ਦੇ ਵਿੱਚ ਦੁਵਿਧਾਵਾਂ ਪੈਦਾ ਹੋ ਰਹੀਆਂ ਨੇ। ਤੇ ਇੰਨੇ ਚਿਰ ਨੂੰ ਕਹਿੰਦੇ ਉੱਥੇ ਹੁਣ ਭਾਈ ਮੂਲਾ ਜੀ ਚੱਲ ਕੇ ਆਏ ਹਨ। 3 ਦਿਵਸ ਪੇ ਵਿਆਹ ਪਿਸ਼ਾਰੀ, ਗਮਨਿਓ ਨਿਜ ਕਰਤੇ ਹਿਤ ਧਾਰੀ। ਤੇ ਕਹਿੰਦੇ ਵਿਆਹ ਦੇ ਹੁਣ 3 ਦਿਨ ਪਿੱਛੋਂ ਭਾਈ ਮੂਲਾ ਜੀ ਘਰ ਵਿੱਚ ਆਏ ਨੇ। ਬੜੇ ਪਿਆਰ ਭਾਵਨਾ ਦੇ ਨਾਲ ਭਾਈ ਮੂਲਾ ਜੀ ਆਪਣੇ ਘਰੋਂ ਚੱਲੇ ਹਨ। ਲੈਨ ਹੇਤ ਨਿਜ ਤਨ ਜਾ ਆਇਓ, ਪਹੁੰਚ ਸਬਨ ਮੈਂ ਸੀਸ ਨਿਵਾਇਓ। ਤੇ ਹੁਣ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆ ਕੇ ਭਾਈ ਮੂਲਾ ਜੀ ਨੇ ਜਿੱਥੇ ਸਮੂਹ ਪਰਿਵਾਰ ਦੇ ਜੀਆਂ ਨੂੰ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ, ਤੇ ਨਾਲ ਹੀ ਨਾਲ ਆਖਿਆ ਵੀ ਮੈਂ ਆਪਣੀ ਪੁੱਤਰੀ ਨੂੰ ਲੈਣ ਵਾਸਤੇ ਆਇਆ ਹਾਂ।